ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ, ਜਿਸ ਵਿੱਚ ਅਸੀਂ ਸੀਟੈਟ, ਪੀਟੈਟ ਔਰ ਮਾਸਟਰ ਕੇਡਰ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਵਾਉਂਦੇ ਹਾਂ। ਔਰ ਅੱਜ ਅਸੀਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵਿੱਚ ਅਸੀਂ ਪੜ੍ਹਾਂਗੇ ਜਸਟਿਸ ਬਾਰੇ। ਔਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਸੀਂ ਜਿਹੜਾ 70% ਸਿਲੇਬਸ ਮਾਸਟਰ ਕੇਡਰ ਆਫ ਸੋਸ਼ਲ ਸਾਇੰਸ ਦਾ ਪੂਰਾ ਕਵਰ ਕਰ ਦਿੱਤਾ ਜੀ। ਜਿਸ ਵੀ ਕਿਸੇ ਸਟੂਡੈਂਟ ਨੇ ਮਾਸਟਰ ਕੇਡਰ ਆਫ ਸੋਸ਼ਲ ਸਾਇੰਸ ਦਾ ਜਿਹੜੀ ਪ੍ਰੈਪਰੇਸ਼ਨ ਕਰਨੀ ਹੋਵੇ ਤਾਂ ਉਹ ਇਸ ਚੈਨਲ ਦੀ ਪਲੇਲਿਸਟ ਵਿੱਚ ਵਿਜ਼ਿਟ ਕਰ ਸਕਦਾ ਜੀ, ਔਰ ਸਾਰਾ ਜਿਹੜਾ ਸਿਲੇਬਸ ਕਵਰ ਕਰ ਸਕਦਾ ਜੀ ਮਾਸਟਰ ਕੇਡਰ ਆਫ ਸੋਸ਼ਲ ਸਾਇੰਸ ਦਾ। ਔਰ ਅੱਜ ਦਾ ਚੈਪਟਰ ਸ਼ੁਰੂ ਕਰਦੇ ਹਾਂ ਜੀ ਸੋਸ਼ਲ ਜਸਟਿਸ ਬਾਰੇ। ਔਰ ਜਿਵੇਂ ਤੁਸੀਂ ਕਦੇ ਵੀ ਨਿਆਂ ਬਾਰੇ ਸੋਚਿਆ ਹੋਵੇਗਾ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਜਿਹੜੀ ਪਿਕਚਰ ਸਾਹਮਣੇ ਆਉਂਦੀ ਹੋਵੇਗੀ, ਔਰ ਜਿਸ ਵਿੱਚ ਕੇਵਲ ਇੱਕ ਹੀ ਐਸਪੈਕਟ ਦੀ ਜਿਹੜੀ ਝਾਕ ਪੈਂਦੀ ਹੈਗੀ ਹੈ ਜੀ, ਜੋ ਕਿ ਕਾਨੂੰਨੀ ਨਿਆਂ ਦੀ ਹੈਗੀ ਆ। ਪਰ ਜੇਕਰ ਅਸੀਂ ਜਿਹੜਾ ਪੂਰੀ ਡੀਪਲੀ ਨਜ਼ਰ ਨਾਲ ਦੇਖੀਏ ਤਾਂ ਇਸ ਵਿੱਚ ਹੋਰ ਵੀ ਬਹੁਤ ਐਸਪੈਕਟ ਨੇ, ਜਿਵੇਂ ਕਿ ਕਾਨੂੰਨੀ ਨਿਆਂ ਹੋ ਗਿਆ ਜੀ, ਰਾਜਨੀਤਿਕ ਨਿਆਂ ਹੋ ਗਿਆ, ਸਮਾਜਿਕ ਨਿਆਂ ਹੋ ਗਿਆ, ਧਾਰਮਿਕ ਨਿਆਂ ਹੋ ਗਿਆ ਜੀ। ਤਾਂ ਇਸ ਤਰ੍ਹਾਂ ਅਸੀਂ ਇਸ ਵੀਡੀਓ ਵਿੱਚ ਸਾਰੇ ਐਸਪੈਕਟ ਨੂੰ ਜਿਹੜਾ ਅਸੀਂ ਕਵਰ ਕਰਾਂਗੇ ਜੀ। ਤਾਂ ਸ਼ੁਰੂਆਤ ਕਰਦੇ ਹਾਂ। ਇਸ ਪਿਕਚਰ ਵਿੱਚ ਅਸੀਂ ਇਕੁਐਲਿਟੀ ਔਰ ਜਸਟਿਸ ਦੇ ਸ਼ਬਦਾਂ ਵਿੱਚ ਫ਼ਰਕ ਕਰਨਾ ਜਾਣਾਂਗੇ ਜੀ। ਕਈ ਬੱਚੇ ਅਜਿਹੇ ਹੋਣਗੇ ਜਿਹੜੇ ਇਕੁਐਲਿਟੀ ਔਰ ਜਸਟਿਸ ਸ਼ਬਦ ਨੂੰ ਇੱਕ ਦੂਸਰੀ ਜਗ੍ਹਾ ਵਰਤ ਲੈਂਦੇ ਹੋਣਗੇ, ਪਰ ਅਜਿਹਾ ਨਹੀਂ ਹੁੰਦਾ ਜੀ। ਜਿਵੇਂ ਕਿ ਇਸ ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ ਕਿ ਪਹਿਲੀ ਪਿਕਚਰ ਵਿੱਚ ਅਸੀਂ ਸਭ ਨੂੰ ਸਮਾਨ ਮੌਕੇ ਦਿੱਤੇ, ਪਰ ਕੀ ਅਸੀਂ ਇਸ ਬੱਚੇ ਨਾਲ ਨਿਆਂ ਕੀਤਾ ਜੀ? ਨਹੀਂ ਕੀਤਾ ਜੀ, ਕਿਉਂਕਿ ਇਸ ਬੱਚੇ ਦੀ ਹਾਈਟ ਛੋਟੀ ਸੀ, ਇਸ ਕਰਕੇ ਸਮਾਨ ਮੌਕੇ ਮਿਲਣ ਕਾਰਨ ਵੀ ਜਿਹੜਾ ਇਸ ਬੱਚਾ ਜਿਹੜਾ ਆਪਣਾ ਜਿਹੜਾ ਕ੍ਰਿਕਟ ਟੂਰਨਾਮੈਂਟ ਨਹੀਂ ਦੇਖ ਸਕਿਆ ਜੀ। ਔਰ ਜੇਕਰ ਅਸੀਂ ਦੂਸਰੀ ਪਿਕਚਰ ਵਿੱਚ ਦੇਖੀਏ ਤਾਂ ਅਸੀਂ ਇਸ ਬੱਚੇ ਨੂੰ ਜ਼ਿਆਦਾ ਮੌਕੇ ਦਿੱਤੇ ਜੀ, ਜਿਵੇਂ ਕਿ ਭਾਰਤ ਸਰਕਾਰ ਦੁਆਰਾ ਵੀ ਜਿਹੜਾ ਰਾਖਵਾਂਕਰਨ ਦਿੱਤਾ ਗਿਆ ਜੀ ਛੋਟੀਆਂ ਜਾਣੀ ਕਿ ਪਛੜੀਆਂ ਸ਼੍ਰੇਣੀਆਂ ਨੂੰ। ਔਰ ਇਸ ਤਰ੍ਹਾਂ ਜਿਹੜਾ ਅਸੀਂ ਇਸ ਬੱਚੇ ਨੂੰ ਜਿਹੜੇ ਜ਼ਿਆਦਾ ਮੌਕੇ ਦਿੱਤੇ ਜੀ ਉੱਪਰ ਉੱਠਣ ਦੇ, ਤਾਂ ਇਸ ਤਰ੍ਹਾਂ ਅਸੀਂ ਇਸ ਬੱਚੇ ਨਾਲ ਵੀ ਜਾਣੀ ਕਿ ਇਹਨਾਂ ਤਿੰਨਾਂ ਬੱਚਿਆਂ ਨਾਲ ਨਿਆਂ ਕੀਤਾ ਜੀ। ਔਰ ਇਹਨੇ ਤਿੰਨੇ ਬੱਚੇ ਜਿਹੜੇ ਕ੍ਰਿਕਟ ਟੂਰਨਾਮੈਂਟ ਦੇਖ ਸਕੇ। ਔਰ ਹੁਣ ਅਸੀਂ ਜਾਣਾਂਗੇ ਕਿ ਨਿਆਂ ਕਿਸ ਭਾਸ਼ਾ ਤੋਂ ਸ਼ਬਦ ਤੋਂ ਬਣਿਆ ਜੀ, ਕਿਉਂ ਔਰ ਕਿੱਥੋਂ ਆਇਆ ਜੀ ਨਿਆਂ। ਤਾਂ ਨਿਆਂ ਸ਼ਬਦ ਜਿਹੜਾ ਜੀ ਉਹ ਲਤੀਨੀ ਭਾਸ਼ਾ ਦੇ ਸ਼ਬਦ ਜਿਹੜਾ ਜਸ ਤੋਂ ਲਿਆ ਗਿਆ ਜੀ। ਔਰ ਇਸ ਦਾ ਅਰਥ ਹੈਗਾ ਜੀ ਜੋੜਨਾ। ਔਰ ਇਸ ਦਾ ਅਰਥ ਹੋਇਆ ਕਿ ਸਮਾਜ ਦੇ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਸਮਾਜ ਦੇ ਨਾਲ ਜੋੜਨਾ ਜੀ, ਜਾਂ ਸਮਾਜਿਕ ਮੁੱਲਾਂ ਦੇ ਨਾਲ ਜੋੜਨਾ, ਉਸ ਨੂੰ ਹੀ ਅਸੀਂ ਨਿਆਂ ਕਹਿੰਦੇ ਹਾਂ ਜੀ। ਔਰ ਅਸੀਂ ਡੈਫੀਨੇਸ਼ਨ ਦੇਖਦੇ ਹਾਂ ਕਿ ਇਸ ਤੋਂ ਅਸੀਂ ਜ਼ਿਆਦਾ ਸਮਝ ਸਕਦੇ ਹਾਂ ਜੀ। ਜਿਵੇਂ ਕਿ ਸਾਲਮਨ ਕਹਿੰਦੇ ਨੇ ਕਿ ਨਿਆਂ ਦਾ ਅਰਥ ਹਰੇਕ ਵਿਅਕਤੀ ਨੂੰ ਉਸ ਦਾ ਉਚਿਤ ਭਾਗ ਪ੍ਰਾਪਤ ਕਰਵਾਉਣਾ ਹੀ ਨਿਆਂ ਹੈ। ਔਰ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਰਾਬਰਟ ਟੱਕਰ ਦੇ ਅਨੁਸਾਰ ਦੋ ਆਪਸੀ ਵਿਰੋਧੀ ਸਮੂਹਾਂ ਜਾਂ ਸਿਧਾਂਤਾਂ ਦੇ ਵਿੱਚ ਜਿਹੜਾ ਸੰਤੁਲਨ ਕਾਇਮ ਕਰਨਾ ਹੀ ਨਿਆਂ ਜੀ। ਔਰ ਹੁਣ ਤੁਸੀਂ ਸਾਡੇ ਦੁਨੀਆ ਦੇ ਮਹਾਨ ਜਿਹੜੇ ਦਾਰਸ਼ਨਿਕ ਜੀ ਪਲੇਟੋ ਦੇ ਅਨੁਸਾਰ ਹਰੇਕ ਵਰਗ ਦੇ ਵਿਅਕਤੀ ਦੁਆਰਾ ਉਸ ਦੇ ਉਚਿਤ ਜਿਹੜੇ ਨਿਸ਼ਚਿਤ ਕੀਤੇ ਗਏ ਕਰਤੱਵਾਂ ਨੂੰ ਪੂਰਾ ਕਰਨਾ ਹੀ ਜਿਹੜਾ ਨਿਆਂ ਦੀ ਪੂਰਤੀ ਅਖਵਾਉਂਦਾ ਜੀ। ਯਾਨੀ ਕਿ ਉਸ ਦੇ ਜਿੰਨੇ ਵੀ ਕਰਤੱਵ ਸੌਂਪੇ ਗਏ ਕਿਸੇ ਵੀ ਵਿਅਕਤੀ ਨੂੰ ਉਸ ਸਾਰੇ ਜਿਹੜੇ ਕਰਤੱਵਾਂ ਨੂੰ ਪੂਰਾ ਕਰਨਾ ਹੀ ਜਿਹੜਾ ਨਿਆਂ ਅਖਵਾਉਂਦਾ ਜੀ। ਔਰ ਦੇਖਦੇ ਹਾਂ ਕਿ ਇਹਨਾਂ ਪ੍ਰਸਿੱਧ ਪੁਸਤਕਾਂ ਵਿੱਚ, ਜਿਵੇਂ ਕਿ ਪ੍ਰਸਿੱਧ ਪੁਸਤਕਾਂ ਵਿੱਚ ਅਸੀਂ ਪਲੇਟੋ ਦੀ ਪੁਸਤਕ ਬਾਰੇ ਵੇਖਦੇ ਹਾਂ ਕਿ ਰਿਪਬਲਿਕ ਵਿੱਚ ਜੀ, ਤਾਂ ਉਸ ਵਿੱਚ ਪਲੇਟੋ ਨੇ ਰਿਪਬਲਿਕ ਵਿੱਚ ਜਿਹੜਾ ਨਿਆਂ ਦੀ ਜਿਹੜੀ ਧਾਰਨਾ ਦਿੱਤੀ ਹੈ ਜੀ। ਔਰ ਇਸ ਤੋਂ ਇਲਾਵਾ ਅਰਸਤੂ ਜੋ ਕਿ ਪਲੇਟੋ ਦੇ ਚੇਲੇ ਸਨ ਜੀ, ਜੋ ਇਹਨਾਂ ਨੇ ਪੋਲੀਟਿਕਸ ਵਿੱਚ ਜਿਹੜਾ ਨਿਆਂ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੈ ਜੀ। ਔਰ ਇਹਨਾਂ ਰਾਜਨੀਤੀ ਸ਼ਾਸਤਰ ਦਾ ਪਿਤਾ ਕਿਹਾ ਜਾਂਦਾ ਜੀ ਅਰਸਤੂ ਨੂੰ। ਔਰ ਇਸ ਤੋਂ ਇਲਾਵਾ ਦਾ ਮੋਂਟੈਸਕਿਊ, ਜਿਨ੍ਹਾਂ ਨੇ ਦਾ ਸਪਿਰਿਟ ਆਫ ਲਾ ਦੇ ਵਿੱਚ ਜਿਹੜਾ ਨਿਆਂ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੈ ਜੀ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਨਿਆਂ ਦੀਆਂ ਜਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਨੇ। ਤਾਂ ਸਭ ਤੋਂ ਪਹਿਲਾਂ ਜੀ ਇਹ ਪਰਿਵਰਤਨਸ਼ੀਲ ਧਾਰਨਾ ਜੀ, ਕਿਉਂਕਿ ਨਿਆਂ ਦੇ ਜਿਹੜਾ ਸ਼ਬਦ ਜਿਹੜਾ ਜੀ ਸਮੇਂ-ਸਮੇਂ 'ਤੇ ਜਿਹੜਾ ਪਰਿਵਰਤਨ ਆ ਜਾਂਦਾ ਜੀ ਨਿਆਂ ਦੀ ਧਾਰਨਾ ਵਿੱਚ। ਜਿਵੇਂ ਕਿ ਅੱਜ ਤੋਂ 100 ਸਾਲ ਪਹਿਲਾਂ ਲੋਕ ਜਿਹੜੇ ਵਹਿਮ ਭਰਮ ਵਿੱਚ ਵਿਸ਼ਵਾਸ ਕਰਦੇ ਸਨ, ਔਰ ਉਹ ਕਿਸੇ ਦੇ ਖੰਘਣ ਕਾਰਨ ਤਾਂ ਉਹ ਆਪਣੇ ਜਿਹੜਾ ਕੰਮ 'ਤੇ ਵਾਪਸ ਮੁੜ ਆਉਂਦੇ ਸਨ ਜੀ ਰਸਤੇ ਵਿੱਚੋਂ। ਤਾਂ ਇਸ ਤਰ੍ਹਾਂ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਔਰ ਕੋਈ ਵੀ ਵਿਸ਼ਵਾਸ ਨਹੀਂ ਕਰਦਾ ਵਹਿਮਾਂ ਭਰਮਾਂ ਦੇ ਵਿੱਚ, ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਨਿਆਂ ਦੀ ਪਰਿਭਾਸ਼ਾ ਸਮੇਂ-ਸਮੇਂ 'ਤੇ ਜਿਹੜੀ ਪਰਿਵਰਤਨਸ਼ੀਲ ਧਾਰਨਾ ਹੈਗੀ ਹੈ ਜੀ। ਔਰ ਦੂਸਰੇ ਨੰਬਰ 'ਤੇ ਇਹ ਵਿਅਕਤੀ ਅਤੇ ਸਮਾਜਿਕ ਹਿੱਤਾਂ ਦੇ ਵਿੱਚ ਤਾਲਮੇਲ ਬਿਠਾਉਂਦਾ ਜੀ। ਔਰ ਜਾਣੀ ਕਿ ਵਿਅਕਤੀ ਔਰ ਵਿਅਕਤੀਗਤ ਹਿੱਤ, ਜਿਵੇਂ ਕਿ ਐਜੂਕੇਸ਼ਨ ਹੋ ਗਿਆ ਜੀ, ਇਹ ਵਿਅਕਤੀਗਤ ਹਿੱਤ ਹੈਗਾ ਹਰ ਵਿਅਕਤੀ ਦਾ। ਔਰ ਸਮਾਜਿਕ ਹਿੱਤਾਂ ਵਿੱਚ ਤਾਲਮੇਲ, ਔਰ ਸਮਾਜਿਕ ਹਿੱਤ ਜਿਵੇਂ ਜੀ ਕਿ
ਜਿਵੇਂ ਕਿ ਇੱਕ ਵਿਅਕਤੀ ਆਪਣੇ ਬੱਚੇ ਨੂੰ ਜੇਕਰ ਐਜੂਕੇਸ਼ਨ ਨਹੀਂ ਦੇਵੇਗਾ ਤਾਂ ਉਸ ਵਿੱਚ ਜਿਹੜਾ ਤਾਲਮੇਲ ਸਹੀ ਨਹੀਂ ਬੈਠ ਸਕੇਗਾ ਜੀ। ਤਾਂ ਇਸ ਕਰਕੇ ਸਮਾਜਿਕ ਅਤੇ ਵਿਅਕਤੀਗਤ ਹਿੱਤਾਂ ਨੂੰ ਜਿਹੜਾ ਤਾਲਮੇਲ ਬਿਠਾਉਣਾ ਹੀ ਜਿਹੜਾ ਨਿਆਂ ਹੈਗਾ ਜੀ। ਔਰ ਇਸ ਤੋਂ ਬਾਅਦ ਹੈਗਾ ਜੀ ਨੈਤਿਕ ਧਾਰਨਾ, ਕਿ ਹਰੇਕ ਆਪਣੇ ਜਿਹੜੇ ਧਰਮ ਦੇ ਚਾਹੇ ਸਮਾਜ ਦੇ ਨੈਤਿਕ ਮੁੱਲ ਹੋਣਗੇ ਜੀ, ਉਹਨਾਂ ਦੇ ਅਨੁਸਾਰ ਹੀ ਜਿਹੜਾ ਕਾਰਜ ਕਰਨਾ ਹੀ ਜਿਹੜਾ ਨਿਆਂ ਅਖਵਾਉਂਦਾ ਜੀ। ਔਰ ਇਸ ਤੋਂ ਬਾਅਦ ਹੈਗਾ ਜੀ ਨਿਆਂ ਇੱਕ ਜਿਹੜੀ ਬਹੁਤ ਪੱਕੀ ਧਾਰਨਾ ਹੈਗੀ ਹੈ ਜੀ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਅਜਿਹਾ ਨਹੀਂ ਹੁੰਦਾ ਜੀ, ਇਸ ਵਿੱਚ ਸਮਾਜਿਕ ਪੱਖ ਵੀ ਆ ਜਾਂਦਾ ਜੀ, ਆਰਥਿਕ ਪੱਖ, ਰਾਜਨੀਤਿਕ ਪੱਖ ਔਰ ਧਾਰਮਿਕ ਪੱਖ ਵੀ ਇਸ ਵਿੱਚ ਆ ਜਾਂਦਾ ਜੀ। ਔਰ ਇਸ ਤੋਂ ਇਲਾਵਾ ਕਾਨੂੰਨੀ ਪੱਖ ਤਾਂ ਇਸ ਵਿੱਚ ਹੈ ਹੀ ਹੈ। ਔਰ ਇਸ ਤੋਂ ਬਾਅਦ ਹੈਗਾ ਜੀ ਕਰਤੱਵਾਂ ਦੀ ਪੂਰਤੀ, ਜਿਵੇਂ ਕਿ ਪਲੈਟੋ ਕਹਿੰਦੇ ਨੇ ਕਿ ਹਰੇਕ ਵਿਅਕਤੀ ਦੁਆਰਾ ਉਸ ਦੇ ਜਿਹੜੇ ਨਿਸ਼ਚਿਤ ਕੀਤੇ ਗਏ ਕਰਤੱਵਾਂ ਨੂੰ ਪੂਰਾ ਕਰਨਾ ਹੀ ਇੱਕ ਜਿਹੜਾ ਨਿਆਂ ਅਖਵਾਉਂਦਾ ਜੀ। ਔਰ ਇਸ ਤੋਂ ਬਾਅਦ ਹੈਗਾ ਜੀ ਮਨੁੱਖੀ ਵਿਵਹਾਰ ਨਾਲ ਸੰਬੰਧਿਤ ਹੁੰਦਾ ਜੀ। ਔਰ ਸਮੇਂ-ਸਮੇਂ 'ਤੇ ਜਿਹੜਾ ਮੁੱਖੀ ਵਿਹਾਰ ਵਿੱਚ ਜਿਹੜਾ ਪਰਿਵਰਤਨ ਆਉਂਦੇ ਨੇ, ਤਾਂ ਜਿਵੇਂ ਕਿ ਵਹਿਮ ਭਰਮ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਉਦਾਹਰਨ ਦਿੱਤੀ ਸੀ, ਤਾਂ ਇਸ ਤਰ੍ਹਾਂ ਜਿਹੜੇ ਮਨੁੱਖੀ ਵਿਵਹਾਰ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਜਿਹੜਾ ਨਿਆਂ ਦੇ ਵਿੱਚ ਵੀ ਪਰਿਵਰਤਨ ਆਉਂਦਾ ਜੀ। ਔਰ ਇਸ ਤੋਂ ਇਲਾਵਾ ਸਮਾਜ ਨਾਲ ਸੰਬੰਧਿਤ ਧਾਰਨਾ ਜੀ ਜਿਹੜੀ ਨਿਆਂ ਹੈਗੀ ਆ। ਔਰ ਜਿਵੇਂ ਕਿ ਸਮਾਜ ਦੇ ਵਿੱਚ ਜਿਹੜਾ ਸਮਾਜ ਵੀ ਜਿਹੜਾ ਪਰਿਵਰਤਨਸ਼ੀਲ ਹੁੰਦਾ ਜੀ। ਔਰ ਸਮਾਜ ਦੇ ਜਿੰਨੇ ਵੀ ਨੈਤਿਕ ਮੁੱਲ ਨੇ ਉਹਨਾਂ ਵਿੱਚ ਸਮੇਂ-ਸਮੇਂ ਦੇ ਨਾਲ ਜਿਹੜਾ ਪਰਿਵਰਤਨ ਆਉਂਦਾ ਜੀ। ਔਰ ਇਸ ਕਰਕੇ ਜਿਹੜਾ ਜਿਵੇਂ ਤੁਸੀਂ ਦੇਖੋਗੇ ਕਿ ਹੁਣ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਪੱਛਮੀਕਰਨ ਜਿਹੜਾ ਆ ਰਿਹਾ ਜੀ, ਔਰ ਪੱਛਮੀਕਰਨ ਕਾਰਨ ਜਿਹੜੇ ਸਮਾਜਿਕ ਦੇ ਜਿਹੜੇ ਪੁਰਾਣੇ ਨੈਤਿਕ ਮੁੱਲ ਸਨ ਉਹ ਜਿਹੜੇ ਪਿੱਛੇ ਚਲੇ ਜਾਂਦੇ ਹਨ। ਔਰ ਜਿਵੇਂ ਕਿ ਜਿਹੜੀ ਪੱਛਮੀ ਸੰਸਕ੍ਰਿਤੀ ਨੂੰ ਜਿਹੜੇ ਲੋਕ ਅਪਣਾ ਰਹੇ ਨੇ, ਇਸ ਤਰ੍ਹਾਂ ਜਿਹੜੇ ਨਵੇਂ ਜਿਹੜੇ ਨੈਤਿਕ ਮੁੱਲਾਂ ਨੂੰ ਅਪਣਾ ਰਿਹਾ ਜੀ ਸਾਡਾ ਦੇਸ਼। ਤਾਂ ਇਸ ਤਰ੍ਹਾਂ ਜਿਹੜਾ ਸਮਾਜ ਨਾਲ ਸੰਬੰਧਿਤ ਹੁੰਦਾ ਜੀ ਨਿਆਂ ਦੀ ਧਾਰਨਾ। ਔਰ ਜੇਕਰ ਸਮਾਜ ਦੇ ਵਿੱਚ ਜਿਹੜਾ ਪਰਿਵਰਤਨ ਆਉਣਗੇ ਤਾਂ ਆਟੋਮੈਟਿਕਲੀ ਜਿਹੜੇ ਨਿਆਂ ਵਿੱਚ ਵੀ ਜਿਹੜੇ ਪਰਿਵਰਤਨ ਆਉਣਗੇ ਜੀ। ਤਾਂ ਹੁਣ ਅਸੀਂ ਦੇਖਾਂਗੇ ਕਿ ਇਹ ਵੈਰੀਅਸ ਡਾਇਮੈਂਸ਼ਨ ਆਫ ਸੋਸ਼ਲ ਜਸਟਿਸ। ਤਾਂ ਇਸ ਦੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਵਿੱਚ ਕਈ ਪੱਖ ਹੁੰਦੇ ਨੇ ਜੀ ਨਿਆਂ ਵਿੱਚ, ਕਾਨੂੰਨੀ ਪੱਖ, ਰਾਜਨੀਤਿਕ ਪੱਖ, ਧਾਰਮਿਕ ਪੱਖ ਔਰ ਆਰਥਿਕ ਪੱਖ ਜੀ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਾਨੂੰਨੀ ਪੱਖਾਂ ਬਾਰੇ। ਤਾਂ ਇਸ ਵਿੱਚ ਹਰ ਵਿਅਕਤੀ ਨੂੰ ਜਿਹੜਾ ਨਿਆਂਪੂਰਨ ਕਾਨੂੰਨ, ਇੱਥੇ ਲਿਖ ਲੈਣਾ ਕਾਨੂੰਨ ਜੀ, ਨਿਆਂਪੂਰਨ ਕਾਨੂੰਨ ਦਾ ਨਿਰਮਾਣ ਕਰਨਾ ਜੀ। ਤਾਂ ਸਮਾਜ ਵਿੱਚ ਨਿਆਂਪੂਰਨ ਕਾਨੂੰਨ ਦਾ ਨਿਰਮਾਣ ਕਰਨਾ ਹੀ ਜਿਹੜਾ ਨਿਆਂ ਹੁੰਦਾ ਜੀ। ਤਾਂ ਇਸ ਵਿੱਚ ਇਸ ਤੋਂ ਇਲਾਵਾ ਕਾਨੂੰਨ ਦੇ ਅਨੁਸਾਰ ਨਿਆਂ ਕਰਨਾ, ਕਿ ਹਰ ਵਿਅਕਤੀ ਨੂੰ ਜਿਹੜਾ ਕਾਨੂੰਨ ਦੇ ਅਨੁਸਾਰ ਨਿਆਂ ਕੀਤਾ ਜਾਵੇ। ਕਿਸੇ ਵੀ ਅਮੀਰ ਜਾਂ ਗਰੀਬ ਵਿੱਚ ਕੋਈ ਭੇਦਭਾਵ ਨਾ ਕੀਤਾ ਜਾਵੇ ਜੀ, ਸਭ ਨੂੰ ਸਮਾਨ ਮੌਕੇ ਮਿਲਣ ਜੀ। ਤਾਂ ਸਭ ਨਾਲ ਸਮਾਨ ਜਿਹੜਾ ਕਾਨੂੰਨ ਦਾ ਜਿਹੜਾ ਸਮਾਨ ਕਾਨੂੰਨ ਜਿਹੜਾ ਵਰਤਿਆ ਜਾਵੇ ਜੀ ਹਰ ਇੱਕ ਲਈ। ਔਰ ਇਸ ਤੋਂ ਬਾਅਦ ਵੇਖਦੇ ਹਾਂ ਕਿ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ, ਯਾਨੀ ਕਿ ਨਿਆਂਪਾਲਿਕਾ ਦੇ ਕੰਮਾਂ ਦੇ ਵਿੱਚ ਕਿਸੇ ਨੂੰ ਵੀ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ, ਚਾਹੇ ਉਹ ਐਗਜ਼ੀਕਿਊਟਿਵ ਹੋ ਗਿਆ, ਚਾਹੇ ਉਹ ਲੈਜਿਸਲੇਚਰ ਹੋ ਗਿਆ ਜੀ। ਤਾਂ ਜਿਹੜੀ ਸੁਤੰਤਰ ਨਿਆਂਪਾਲਿਕਾ ਹੋਣੀ ਚਾਹੀਦੀ ਹੈ ਜੀ ਕਿਸੇ ਵੀ ਦੇਸ਼ ਵਿੱਚ। ਇਸ ਤੋਂ ਇਲਾਵਾ ਕਾਨੂੰਨੀ ਨਿਆਂ ਅਤੇ ਦੰਡ, ਔਰ ਜਿਸ ਵਿੱਚ ਕਿਸੇ ਵੀ ਵਿਅਕਤੀ ਨੂੰ ਜਾਤ, ਧਰਮ, ਲਿੰਗ ਭੇਦ ਦੇ ਆਧਾਰ 'ਤੇ ਕਿਸੇ ਨੂੰ ਵੀ ਜਿਹੜਾ ਕੋਈ ਵੀ ਜਿਹੜਾ ਨਿਆਂ ਦਿੱਤਾ ਜਾਵੇ ਜੀ, ਕਿਸੇ ਵੀ ਬਿਨਾਂ ਭੇਦਭਾਵ ਤੋਂ ਜੀ। ਔਰ ਇਸ ਤੋਂ ਬਾਅਦ ਹੈਗਾ ਜੀ ਸਮਰੂਪ ਕਾਨੂੰਨ ਪ੍ਰਣਾਲੀ। ਤਾਂ ਇਸ ਵਿੱਚ ਵਿਅਕਤੀ ਲਈ ਇਹ ਜਿਹੜੀ ਇੱਕੋ ਹੀ ਕਾਨੂੰਨ ਪ੍ਰਣਾਲੀ ਹੋਵੇ, ਯਾਨੀ ਕਿ ਹਰ ਵਿਅਕਤੀ ਨੂੰ ਜਿਹੜੇ ਸਮਾਨ ਮੌਕੇ ਮਿਲਣ ਜੀ, ਤਾਂ ਕਿ ਉਹਨਾਂ ਨਾਲ ਕੋਈ ਭੇਦਭਾਵ ਨਾ ਹੋ ਸਕੇ ਜੀ। ਹਰ ਕਾਨੂੰਨੀ ਪ੍ਰਣਾਲੀ ਵਿੱਚ ਸਭ ਨਾਲ ਜਿਹੜਾ ਸਮਾਨ ਵਿਵਹਾਰ ਕੀਤਾ ਜਾਵੇ ਜੀ, ਕਿਸੇ ਨਾਲ ਜਿਹੜਾ ਭੇਦਭਾਵ ਨਾ ਕੀਤਾ ਜਾਵੇ ਜੀ। ਔਰ ਹੁਣ ਅਸੀਂ ਦੇਖਦੇ ਹਾਂ ਕਿ ਸਮਾਜਿਕ ਪੱਖ ਵਿੱਚ ਕੀ ਕਿਹਾ ਗਿਆ ਜੀ। ਤਾਂ ਇਸ ਵਿੱਚ ਕਾਨੂੰਨ ਦੇ ਸਾਹਮਣੇ ਸਭ ਨੂੰ ਜਿਹੜੀ ਸਮਾਨਤਾ ਮਿਲਣੀ ਚਾਹੀਦੀ ਹੈ ਜੀ। ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੋਣੇ ਚਾਹੀਦੇ ਆ, ਯਾਨੀ ਕਿ ਅਮੀਰ ਗਰੀਬ, ਜਾਤ, ਲਿੰਗ, ਧਰਮ ਭੇਦ ਦੇ ਆਧਾਰ 'ਤੇ ਜਿਹੜਾ ਭੇਦਭਾਵ ਨਹੀਂ ਕਰਨਾ ਚਾਹੀਦਾ ਜੀ। ਸਭ ਨੂੰ ਸਮਾਨ ਮੌਕੇ ਮਿਲਣੇ ਚਾਹੀਦੇ ਨੇ। ਔਰ ਇਸ ਤੋਂ ਇਲਾਵਾ ਜਾਤ ਪਾਤ ਔਰ ਭੇਦਭਾਵ ਦਾ ਜਿਹੜਾ ਅੰਤ ਕਰਨਾ ਚਾਹੀਦਾ ਜੀ। ਔਰ ਇਸ ਤੋਂ ਇਲਾਵਾ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ, ਕਿ ਜਿਹੜੇ ਵਿਸ਼ੇਸ਼ ਅਧਿਕਾਰ ਮਿਲੇ ਨੇ ਕਿਸੇ ਨੂੰ ਵੀ ਜੀ, ਜਿਵੇਂ ਜੀ ਜਿਹੜੇ ਜ਼ਿਆਦਾ ਅਮੀਰ ਲੋਕ ਨੇ ਉਹ ਜਿਵੇਂ ਅਮੀਰਾਂ ਅਤੇ ਗਰੀਬਾਂ ਵਿੱਚ ਜਿਹੜਾ ਪਾਰਾ ਜੀ ਉਹ ਦਿਨੋਂ ਦਿਨ ਵੱਧ ਰਿਹਾ ਜੀ। ਤਾਂ ਇਸ ਕਰਕੇ ਜਿਹੜਾ ਉਹਨਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਜਿਹੜਾ ਅਸੰਤੁਲਨ ਹੈਗਾ ਜੀ, ਉਸ ਨੂੰ ਸੰਤੁਲਨ ਵਿੱਚ ਲਿਆਉਣਾ ਚਾਹੀਦਾ ਜੀ, ਤਾਂ ਕਿ ਸਭ ਨੂੰ ਸਮਾਨ ਮੌਕੇ ਮਿਲ ਸਕਣ। ਔਰ ਇਸ ਤੋਂ ਇਲਾਵਾ ਸਵੈ ਵਿਕਾਸ ਲਈ ਲੋੜੀਂਦੇ ਅਵਸਰ, ਤਾਂ ਕਿ ਹਰ ਵਿਅਕਤੀ ਆਪਣੇ ਸਵੈ ਦਾ ਵਿਕਾਸ ਕਰ ਸਕੇ ਜੀ। ਉਹ ਆਪਣੇ ਆਪ ਨੂੰ ਜਿਹੜਾ ਹਰ ਇੱਕ ਪੱਖ ਤੋਂ ਜਿਹੜਾ ਉੱਪਰ ਉੱਠ ਸਕੇ ਜੀ। ਤਾਂ ਇਸ ਕਰਕੇ ਸਾਰੇ ਵਿਅਕਤੀਆਂ ਨੂੰ ਜਿਹੜੇ ਲੋੜ ਦੇ ਅਵਸਰ, ਜਿਹੜੇ ਇਕੁਅਲ ਅਪਰਚੁਨਿਟੀ ਜਿਹੜੀ ਪ੍ਰਦਾਨ ਕਰਵਾਉਣੀ ਚਾਹੀਦੀ ਹੈ ਜੀ। ਔਰ ਇਸ ਤੋਂ ਇਲਾਵਾ ਆਰਥਿਕ ਸਮਾਨਤਾ ਦਾ ਅਧਿਕਾਰ ਜੀ, ਕਿ ਹਰ ਵਿਅਕਤੀ ਨੂੰ ਆਰਥਿਕ ਸਮਾਨਤਾ ਇਹ ਅਧਿਕਾਰ ਹੋਣਾ ਚਾਹੀਦਾ ਜੀ, ਤਾਂ ਕਿ ਹਰ ਵਿਅਕਤੀ ਨੂੰ ਜਿਹੜਾ ਆਪਣੇ ਜਿਹੜੀਆਂ ਬੇਸਿਕ ਲੋੜਾਂ ਜਿਹੜੀਆਂ ਜੀ
ਰੋਟੀ ਕੱਪੜਾ ਮਕਾਨ ਉਸ ਨੂੰ ਪੂਰੀਆਂ ਕਰ ਸਕੇ। ਔਰ ਇਸ ਤੋਂ ਇਲਾਵਾ ਪਿਛੜੇ ਵਰਗਾਂ ਲਈ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਆ ਜੀ ਉਸ ਰਾਜ ਨੂੰ, ਤਾਂ ਕਿ ਜਿਹੜੇ ਜਿਵੇਂ ਤੁਹਾਨੂੰ ਉਸ ਪਿਕਚਰ ਵਿੱਚ ਦਿਖਿਆ ਸੀ ਕਿ ਅਸੀਂ ਛੋਟੇ ਬੱਚੇ ਨਾਲ ਨਿਆਂ ਨਹੀਂ ਕੀਤਾ ਸੀ ਜੀ, ਤਾਂ ਉਸ ਤਰ੍ਹਾਂ ਕਿ ਜਿਹੜਾ ਪਿਛੜੇ ਵਰਗ ਜਿਹੜੀਆਂ ਜਾਤੀਆਂ ਨੂੰ ਜਿਹੜੇ ਵਿਸ਼ੇਸ਼ ਜਿਹੜੇ ਉਹਨਾਂ ਲਈ ਜਿਹੜੇ ਪ੍ਰਬੰਧ ਕੀਤਾ ਜਾਣਾ ਚਾਹੀਦਾ ਜੀ, ਤਾਂ ਕਿ ਉਹ ਵੀ ਜਿਹੜਾ ਅੱਗੇ ਆ ਸਕਣ। ਔਰ ਹੁਣ ਅਸੀਂ ਦੇਖਾਂਗੇ ਆਰਥਿਕ ਪੱਖ ਬਾਰੇ ਜੀ, ਤਾਂ ਇਸ ਵਿੱਚ ਹਰ ਵਿਅਕਤੀ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਹੋਵੇ ਜੀ, ਤਾਂ ਚਾਹੇ ਜਿਵੇਂ ਕਿ ਰੋਟੀ ਕੱਪੜਾ ਮਕਾਨ ਸਭ ਦੀਆਂ ਜਿਹੜੀਆਂ ਆਰਥਿਕ ਲੋੜਾਂ ਨੇ ਜੀ, ਤਾਂ ਇਹ ਬੇਸਿਕ ਲੋੜਾਂ ਸਭ ਦੀਆਂ ਪੂਰੀਆਂ ਹੋਣ। ਔਰ ਇਸ ਤੋਂ ਇਲਾਵਾ ਸਾਧਨਾਂ ਦੀ ਤਰਕਪੂਰਨ ਵੰਡ, ਕਿ ਹਰ ਵਿਅਕਤੀ ਵਿੱਚ ਜਿਹੜਾ ਸਾਧਨਾਂ ਦੀ ਤਰਕਪੂਰਨ ਵੰਡ ਹੋਵੇ ਜੀ, ਕਿ ਸਭ ਨੂੰ ਜਿਹੜੇ ਸਮਾਨ ਮੌਕੇ ਮਿਲਣ। ਔਰ ਇਸ ਤੋਂ ਇਲਾਵਾ ਬਰਾਬਰ ਕੰਮ ਲਈ ਬਰਾਬਰ ਵੇਤਨ ਹੋਵੇ ਜੀ, ਜਿਵੇਂ ਕਿ ਔਰਤਾਂ ਅਤੇ ਮਰਦਾਂ ਵਿੱਚ ਜਿਹੜਾ ਵੇਤਨ ਦਾ ਜਿਹੜਾ ਕਾਫੀ ਫਰਕ ਹੁੰਦਾ ਜੀ, ਕਿ ਔਰਤਾਂ ਨੂੰ ਚਾਹੇ ਉਹ ਜ਼ਿਆਦਾ ਕੰਮ ਕਰਨ ਮਰਦ ਤੋਂ, ਪਰ ਫਿਰ ਵੀ ਉਹਨਾਂ ਨੂੰ ਤਨਖਾਹ ਜਿਹੜੀ ਉਹ ਘੱਟ ਹੀ ਦਿੱਤੀ ਜਾਂਦੀ ਹੈ ਜੀ ਮਰਦਾਂ ਦੇ ਮੁਕਾਬਲੇ। ਤਾਂ ਇਸ ਤਰ੍ਹਾਂ ਜਿਹੜਾ ਬਰਾਬਰ ਕੰਮ ਲਈ ਬਰਾਬਰ ਵੇਤਨ ਹੋਵੇ ਜੀ। ਤਾਂ ਇਸ ਤੋਂ ਇਲਾਵਾ ਕਮਜ਼ੋਰ ਵਰਗਾਂ ਲਈ ਵਿਸ਼ੇਸ਼ ਜਿਹੜੇ ਧਿਆਨ ਦਿੱਤਾ ਜਾਣਾ ਚਾਹੀਦਾ ਜੀ। ਔਰ ਆਰਥਿਕ ਸੰਤੁਲਨ ਨੂੰ ਘੱਟ ਕਰਨਾ ਤੇ ਅਮੀਰੀ ਅਤੇ ਗਰੀਬੀ ਵਿੱਚ ਜਿਹੜਾ ਪਾੜਾ ਜੀ ਉਹ ਜਿਹੜਾ ਘੱਟ ਹੋ ਸਕੇ। ਔਰ ਇਸ ਤੋਂ ਇਲਾਵਾ ਕਲਿਆਣਕਾਰੀ ਲੋਕਤੰਤਰੀ ਰਾਜ ਹੋਣਾ ਚਾਹੀਦਾ ਜੀ, ਤਾਂ ਕਿ ਹਰ ਜਿਹੜੀ ਸਰਕਾਰ ਔਰ ਜਿਹੜਾ ਰਾਜ ਜਿਹੜਾ ਕਲਿਆਣਕਾਰੀ ਜਿਹੜੇ ਕੰਮ ਅਪਣਾਵੇ ਜੀ, ਹਰ ਵਿਅਕਤੀ ਨੂੰ ਨਿਆਂ ਦੇਵੇ ਜੀ, ਹਰ ਵਿਅਕਤੀ ਲਈ ਸਮਾਨ ਮੌਕੇ ਦੇਵੇ ਸਾਰੇ ਵਿਅਕਤੀਆਂ ਨੂੰ, ਤਾਂ ਕਿ ਉਹ ਵੀ ਅੱਗੇ ਆ ਸਕਣ, ਆਪਣੇ ਪੈਰਾਂ 'ਤੇ ਖੜੇ ਹੋ ਸਕਣ ਜੀ। ਔਰ ਇਸ ਤੋਂ ਇਲਾਵਾ ਅਗਰ ਅਸੀਂ ਰਾਜਨੀਤਿਕ ਪੱਖ ਦੀ ਗੱਲ ਕਰਾਂਗੇ ਜੀ, ਤਾਂ ਇਸ ਵਿੱਚ ਲੋਕਤੰਤਰੀ ਸਰਕਾਰ ਹੋਣੀ ਚਾਹੀਦੀ ਹੈ ਜੀ, ਜਿਵੇਂ ਕਿ ਸਾਡਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈਗਾ ਜੀ। ਔਰ ਸਭ ਨੂੰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਜਿਹੜਾ ਲੋਕਤੰਤਰੀ ਸਰਕਾਰ ਨੂੰ ਅਪਣਾਇਆ ਗਿਆ ਜੀ। ਦੁਨੀਆ ਵਿੱਚ ਲਗਭਗ 200 ਦੇ ਕਰੀਬ ਦੇਸ਼ ਨੇ, ਔਰ ਜ਼ਿਆਦਾਤਰ ਦੇਸ਼ਾਂ ਵਿੱਚ ਜਿਹੜੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ ਜੀ। ਔਰ ਸਮਝਿਆ ਜਾਂਦਾ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਜਿਹੜਾ ਜ਼ਿਆਦਾ ਜਿਹੜੇ ਸਭ ਨੂੰ ਸਮਾਨ ਮੌਕੇ ਮਿਲਦੇ ਨੇ, ਔਰ ਸਭ ਲਈ ਜਿਹੜਾ ਆਪਣੇ ਜਿਹੜਾ ਉੱਪਰ ਆ ਸਕਦੇ ਨੇ ਜੀ, ਠੀਕ ਹੈ ਜੀ। ਇਸ ਤੋਂ ਇਲਾਵਾ ਬਰਾਬਰ ਰਾਜਨੀਤਿਕ ਅਧਿਕਾਰ ਜੀ, ਕਿ ਸਭ ਨੂੰ ਰਾਜਨੀਤਿਕ ਜਿਹੜੇ ਅਧਿਕਾਰ ਹੋਣੇ ਚਾਹੀਦੇ ਹਨ, ਚਾਹੇ ਉਹ ਆਪਣੇ ਫਰੀਡਮ ਆਫ ਸਪੀਚ ਹੋਵੇ ਜੀ, ਬੋਲਣ ਦੀ ਸੁਤੰਤਰਤਾ ਹੋਵੇ, ਕਿਸੇ ਵੀ ਸਮਾਗਮ ਵਿੱਚ ਇਕੱਠੇ ਹੋਣ ਦੀ ਸੁਤੰਤਰਤਾ ਹੋਵੇ ਜੀ, ਚਾਹੇ ਕਿਸੇ ਵੀ ਚੋਣ ਵਿੱਚ ਭਾਗ ਲੈਣ ਦੀ ਹੋਵੇ ਜੀ, ਚਾਹੇ ਕਿਸੇ ਵੀ ਜਗ੍ਹਾ ਵਿੱਚ ਰਹਿਣ ਦੀ ਹੋਵੇ ਜੀ ਸੁਤੰਤਰਤਾ, ਤਾਂ ਸਭ ਨੂੰ ਰਾਜਨੀਤਿਕ ਜਿਹੜੇ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਨੇ ਜੀ। ਔਰ ਇਸ ਤੋਂ ਇਲਾਵਾ ਰਾਜਨੀਤਿਕ ਸੰਗਠਨ ਬਣਾਉਣ ਦਾ ਅਧਿਕਾਰ, ਕਿ ਹਰ ਵਿਅਕਤੀ ਨੂੰ ਆਪਣੀ ਰਾਜਨੀਤਿਕ ਸੰਗਠਨ ਬਣਾਉਣ ਦਾ ਅਧਿਕਾਰ ਹੋਣਾ ਚਾਹੀਦਾ ਜੀ। ਔਰ ਇਸ ਤੋਂ ਇਲਾਵਾ ਨਿਯਮਿਤ ਚੋਣਾਂ ਹੋਣੀਆਂ ਚਾਹੀਦੀਆਂ ਜੀ, ਤਾਂ ਕਿ ਜੇਕਰ ਕਿਸੇ ਜਿਹੜੇ ਲੀਡਰ ਨੂੰ ਜੇਕਰ ਲੋਕ ਨਾ ਪਸੰਦ ਕਰਦੇ ਹੋਣ, ਤਾਂ ਉਸ ਲੀਡਰ ਨੂੰ ਜਿਹੜਾ ਉਸ ਨੂੰ ਅਹੁਦੇ ਤੋਂ ਹਟਾ ਸਕਦੇ ਹੋਣ ਲੋਕ ਜੀ, ਤਾਂ ਇਹ ਸਭ ਲੋਕਾਂ ਦੇ ਹੱਥ ਵਿੱਚ ਹੋਣਾ ਚਾਹੀਦਾ ਜੀ। ਤਾਂ ਇਸ ਕਰਕੇ ਜਿਹੜਾ ਲੋਕਤੰਤਰੀ ਸ਼ਾਸਨ ਨੂੰ ਅਪਣਾਇਆ ਗਿਆ ਜੀ, ਜਿਸ ਵਿੱਚ ਨਿਯਮਿਤ ਸਮੇਂ 'ਤੇ ਚੋਣਾਂ ਹੁੰਦੀਆਂ ਨੇ, ਔਰ ਲੋਕ ਕਦੋਂ ਵੀ ਜਿਹੜਾ ਚੋਣਾਂ ਵਿੱਚ ਜਿਹੜਾ ਆਪਣੇ ਨਾਪਸੰਦ ਲੀਡਰ ਨੂੰ ਜਿਹੜਾ ਅਹੁਦੇ ਤੋਂ ਹਟਾ ਸਕਦੇ ਨੇ। ਔਰ ਇਸ ਤੋਂ ਇਲਾਵਾ ਸਾਰਵਜਨਿਕ ਅਹੁਦਿਆਂ ਉੱਪਰ ਜਿਹੜੇ ਸਾਰਵਜਨਿਕ ਅਹੁਦੇ ਸਾਰਿਆਂ ਲਈ ਹੋਣੇ ਚਾਹੀਦੇ ਹਨ। ਔਰ ਇਹ ਕਿਸੇ ਵਿੱਚ ਜਿਹੜਾ ਨੈਪੋਟਿਜ਼ਮ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਜਿਹੜਾ ਨੈਪੋਟਿਜ਼ਮ ਚੱਲ ਰਿਹਾ ਜੀ, ਜਿਹੜੇ ਭਾਈ ਭਤੀਜਾਵਾਦ, ਜਿਸ ਵਿੱਚ ਜਿਹੜੇ ਸਰਵਜਨਿਕ ਅਹੁਦੇ ਨੇ ਉਹ ਕਿਸੇ ਵਿਸ਼ੇਸ਼ ਜਿਹੜੇ ਵਿਅਕਤੀਆਂ ਨੂੰ ਮਿਲ ਜਾਂਦੇ ਨੇ, ਤਾਂ ਇਸ ਤਰ੍ਹਾਂ ਦੇ ਜਿਹੜੇ ਨੈਪੋਟਿਜ਼ਮ ਨੂੰ ਖਤਮ ਕਰਨਾ ਚਾਹੀਦਾ ਜੀ, ਤਾਂ ਕਿ ਜਿਹੜੇ ਸਰਵਜਨਿਕ ਅਹੁਦੇ ਉਹ ਸਾਰਿਆਂ ਲਈ ਹੋਣੇ ਚਾਹੀਦੇ ਆ ਜੀ। ਔਰ ਇਸ ਤੋਂ ਇਲਾਵਾ ਰਾਜਨੀਤਿਕ ਸੱਤਾ ਜਿਹੜੀ ਲੋਕਾਂ ਦੇ ਸਹਿਮਤੀ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ ਜੀ, ਤਾਂ ਕਿ ਹਰ ਇੱਕ ਧਰਮ ਜਾਤ ਦੇ ਲੋਕਾਂ ਦੀ ਜਿਹੜੀ ਹਰ ਇੱਕ ਵਿਅਕਤੀ ਨੂੰ ਪ੍ਰਤੀਨਿਧਤਾ ਮਿਲ ਸਕੇ ਜੀ। ਉਹ ਚਾਹੇ ਉਹ ਕਿਸੇ ਵੀ ਧਰਮ ਜਾਤ ਜਾਂ ਲਿੰਗ ਨਾਲ ਸੰਬੰਧਿਤ ਹੋਵੇ, ਹਰ ਵਿਅਕਤੀ ਨੂੰ ਜਿਹੜੀ ਸੱਤਾ ਹੈਗੀ ਆ ਜੀ ਉਹਨਾਂ ਦੀ ਜਿਹੜੀ ਪ੍ਰਤੀਨਿਧਤਾ ਕਰੇ ਜੀ, ਤਾਂ ਕਿ ਹਰ ਵਿਅਕਤੀ ਆਪਣੇ ਜਿਹੜਾ ਕਲਚਰ ਨੂੰ ਆਪਣੀ ਸੱਭਿਅਤਾ ਨੂੰ ਸੰਭਾਲ ਕੇ ਰੱਖ ਸਕੇ ਜੀ। ਔਰ ਤਾਂ ਇਸ ਤਰ੍ਹਾਂ ਅਸੀਂ ਸਾਡੇ ਅੱਜ ਦਾ ਲੈਕਚਰ ਅਸੀਂ ਖਤਮ ਕਰਦੇ ਹਾਂ ਜੀ। ਤਾਂ ਉਹਨਾਂ ਵਿੱਚ ਕਿਸੇ ਨੂੰ ਵੀ ਜਿਹੜਾ ਡਾਊਟ ਹੋਵੇ ਜੀ ਕਿਸੇ ਵੀ ਪ੍ਰਸ਼ਨ ਦੇ ਵਿੱਚ, ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਿਹੜਾ ਆਪਣਾ ਪ੍ਰਸ਼ਨ ਟਾਈਪ ਕਰ ਸਕਦੇ ਹੋ। ਔਰ ਤਾਂ ਅੱਜ ਦਾ ਅਸੀਂ ਲੈਕਚਰ ਸਮਾਪਤ ਕਰਦੇ ਹਾਂ ਜੀ। ਤਾਂ ਮਿਲਦੇ ਹਾਂ ਅਗਲੇ ਲੈਕਚਰ ਵਿੱਚ, ਤਦ ਤੱਕ ਲਈ ਜੀ ਧੰਨਵਾਦ ਜੀ ਸਭ ਦਾ।